ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਬੜੇ ਵਡਭਾਗੇ ਹਾਂ। ਆਪ ਜੀ ਨੇਤਾ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜੀਵਨ ਇਤਿਹਾਸ ਦੇ ਵਿੱਚੋਂ ਭਾਈ ਵੀਰ ਸਿੰਘ ਜੀ ਵੱਲੋਂ ਰਚਿਤ ਗੁਰੂ ਨਾਨਕ ਚਮਤਕਾਰ ਵਿੱਚੋਂ ਪਾਵਨ ਸਾਖੀਆਂ ਸਰਵਣ ਕਰ ਰਹੇ ਹੋ। ਕੱਲ ਅਸੀਂ ਪਾਵਨ ਸਾਖੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਸਰਵਣ ਕਰ ਰਹੇ ਸਾਂ। ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਜੀ ਉਹਨਾਂ ਦੇ ਭੈਣ ਬੇਬੇ ਨਾਨਕੀ ਜੀ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਤੇ ਉਪਰੰਤ ਬੇਬੇ ਨਾਨਕੀ ਜੀ ਜਿਹੜੇ ਨੇ ਉਹ ਮਾਤਾ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੌਂ ਜਾਂਦੇ ਹਨ ਤੇ ਉਸ ਸਮੇਂ ਮਹਿਤਾ ਕਲਿਆਣ ਦਾਸ ਜੀ ਪਿਤਾ ਮਹਿਤਾ ਕਾਲੂ ਜੀ ਆਣ ਕੇ ਮਾਤਾ ਜੀ ਦੇ ਨਾਲ ਇਹ ਵਿਚਾਰ ਕਰਦੇ ਨੇ ਕਿ ਸਾਡਾ ਪੁੱਤਰ ਜਿਹੜਾ ਵਾ ਇਹ ਨਾ ਤੇ ਕੋਈ ਕੰਮ ਕਰਦਾ ਹੈ, ਨਾ ਹੀ ਕਿਸੇ ਪ੍ਰਕਾਰ ਵੀ ਜਿਹੜਾ ਵਾ ਇਹ ਕੋਈ ਵੀ ਕਾਰੋਬਾਰ ਵਿੱਚ ਨਿਪੁੰਨ ਨਹੀਂ ਹੋਇਆ। ਸਭ ਇਹਨੂੰ ਜਿਹੜਾ ਵਾ ਉਹ ਪਰਮਾਤਮਾ ਦਾ ਰੂਪ ਹੀ ਜਿਹੜਾ ਵਾ ਉਹ ਜਾਣਦੇ ਨੇ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਸੌਂ ਜਾਂਦੇ ਹਨ। ਸੁੱਤਿਆਂ ਪਿਆਂ ਨੂੰ ਸੁਪਨਾ ਆਉਂਦਾ ਹੈ। ਉਸ ਸੁਪਨੇ ਵਿੱਚ ਇੱਕ ਦਿਵ ਮੂਰਤੀ ਭਾਵ ਜੋ ਸੁਪਨੇ ਵਿੱਚ ਆ ਰਹੀ ਹੈ ਉਹ ਗੱਲਾਂ ਬਾਤਾਂ ਕਰਦੇ ਹਨ। ਜਦੋਂ ਸੁੱਤੇ ਪਿਆਂ ਨੂੰ ਸੁਪਨਾ ਆਉਂਦਾ ਹੈ, ਜੋ ਮੂਰਤੀ ਉਹਨਾਂ ਨੂੰ ਕਹਿ ਰਹੀ ਹੈ, ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ ਤੇ ਮੂਰਤੀ ਕਹਿ ਰਹੀ ਹੈ ਕਿ ਤੁਹਾਡੇ ਘਰ ਜਿਹੜਾ ਵਾ ਇੱਕ ਅਵਤਾਰੀ ਪੁਰਸ਼ ਹੋਵੇਗਾ, ਕਿਉਂਕਿ ਤੁਸੀਂ ਬਹੁਤ ਜਿਹੜਾ ਵਾ ਉਹ ਸਾਧਨਾ ਕੀਤੀ ਹੈ ਪਰ ਨਾਮ ਨਹੀਂ ਜਪਿਆ, ਉਹ ਤੁਹਾਨੂੰ ਉਸ ਬਾਬਤ ਪਤਾ ਨਹੀਂ ਚੱਲੇਗਾ। ਇੱਥੋਂ ਤੱਕ ਜਿਹੜੀ ਅਸੀਂ ਸਾਖੀ ਸਰਵਣ ਕੀਤੀ ਸੀ। ਹੁਣ ਅੱਗੇ ਜਦੋਂ ਪਿਤਾ ਮਹਿਤਾ ਕਲਿਆਣ ਦਾਸ ਜੀ ਆਖਦੇ ਨੇ ਉਸ ਦਿਵ ਸਰੂਪ ਮੂਰਤੀ ਨੂੰ ਕਿ ਹੇ ਦਿਵ ਮੂਰਤੀ ਜੀਓ, ਉਹ ਜੋ ਰੱਬ ਹੈ ਜਿਸ ਨੂੰ ਜੋਤ ਸਰੂਪ ਆਖਦੇ ਹਨ, ਮੈਨੂੰ ਮੇਰੇ ਵਰਗਾ ਰੂਪ ਧਾਰ ਕੇ ਮਿਲੇ ਤੇ ਇਉਂ ਮਿਲੇ ਜਿਵੇਂ ਆਪਣਾ ਹੁੰਦਾ ਹੈ। ਇਹ ਸਵਾਲ ਕੀਤਾ ਸੀ ਤੇ ਦਿਵ ਮੂਰਤੀ ਨੇ ਆਖਿਆ ਸੀ ਕਿ ਕਾਲੂ ਦੇਖ, ਤੂੰ ਤਪ ਬੜਾ ਕੀਤਾ ਹੈ ਪਰ ਭਗਤੀ ਨਹੀਂ ਕੀਤੀ। ਭਗਤੀ ਨਾ ਕਰਨ ਕਰਕੇ ਤੇਰੇ ਅਗਿਆਨ ਦੇ ਛੋੜ ਜਿਹੜੇ ਉਹ ਕੱਟੇ ਨਹੀਂ ਗਏ। ਤੇਰੇ ਅੰਦਰ ਦੀ ਜਿਹੜੀ ਹਉਂ ਹੈ ਉਹ ਪੂਰੀ ਨਹੀਂ ਉਤਰੀ। ਭਾਵ ਹਉਮੈ ਵਿੱਚ ਤੂੰ ਲੱਥਾ ਹੈ, ਇਸ ਕਰਕੇ ਤੇਰੇ ਜਿਹੜੀ ਪ੍ਰਮਾਤਮਾ ਨਾਲ ਲਿਵ ਨਹੀਂ ਲੱਗੀ। ਤੈਨੂੰ ਜੋ ਤੂੰ ਮੰਗਦਾ ਹੈ ਮਿਲ ਗਿਆ ਹੈ ਤੇ ਤੇਰੇ ਅੰਦਰ ਜਿਹੜਾ ਰਸ ਹੈ ਉਹ ਆਉਂਦਾ ਨਹੀਂ। ਕਿਉਂਕਿ ਇਸ ਕਰਕੇ ਰਸ ਨਹੀਂ ਆਉਂਦਾ, ਤੇਰੇ ਅੰਦਰ ਮਾਇਆ ਨੇ ਜਿਹੜਾ ਵਾ ਉਹ ਪ੍ਰਭਾਵ ਪਾਇਆ। ਜੇ ਇਹ ਜਿਹੜੀ ਆ ਦਿਵ ਮੂਰਤੀ ਮਹਿਤਾ ਕਲਿਆਣ ਦਾਸ ਜੀ ਨੂੰ ਆਖ ਰਹੀ ਹੈ। ਅੱਗੋਂ ਮਹਿਤਾ ਕਲਿਆਣ ਦਾਸ ਜੀ ਆਖਦੇ ਨੇ, ਜੇ ਸਾਰੇ ਛੋੜ ਕੱਟ ਗਏ ਤਾਂ ਜੋ ਸਵਾਦ ਮੈਂ ਲੈਣਾ ਹੈ ਉਹ ਕਿਸ ਤਰ੍ਹਾਂ ਆਵੇਗਾ? ਗਿਆਨ ਕੇ ਭਗਤੀ ਨਾਲ। ਇਹ ਸਵਾਲ ਜਿਹੜਾ ਵਾ ਅੱਗੋਂ ਦਿਵ ਮੂਰਤੀ ਨੂੰ ਮਹਿਤਾ ਕਲਿਆਣ ਦਾਸ ਜੀ ਕਰਦੇ ਨੇ। ਜਦੋਂ ਇਹ ਗੱਲ ਕਰਦੇ ਨੇ ਤੇ ਆਖਦੇ ਨੇ ਕਿ ਮੇਰਾ ਜੀ ਕਰਦਾ ਹੈ ਕਿ ਸਾਈਂ ਜਿਹੜਾ ਉਹ ਮੇਰੇ ਦੇਸ਼, ਮੇਰੇ ਵਿਹੜੇ, ਮੇਰੀ ਗੋਦ ਖੇਲੇ। ਅੱਗੋਂ ਦਿਵ ਮੂਰਤੀ ਆਖਦੀ ਹੈ, ਕਾਲੂ ਤੂੰ ਜਾਣ ਤੂੰ ਕੀ ਮੰਗਦਾ ਹੈ। ਤਪ ਕਰਨੇ ਤੇ ਮੰਗਾਂ ਮੰਗਣੀਆਂ ਸੌਖੀਆਂ ਹਨ, ਪਰ ਜੋ ਮੰਗ ਮੰਗਣੀ ਹੈ ਉਸ ਦਾ ਅੰਤ ਵਿਚਾਰਨਾ ਤੇ ਆਤਮ ਸੁੱਖ ਵਿੱਚ ਆਪੜਨਾ, ਇਹ ਕੰਮ ਔਖੇਰਾ ਹੈ। ਅੱਛਾ ਕਾਲੂ, ਇੱਕ ਵਾਰ ਫਿਰ ਵਿਚਾਰ ਲੈ। ਉਸੇ ਸਮੇਂ ਫਿਰ ਮਹਿਤਾ ਕਾਲੂ ਜੀ ਆਖਦੇ ਨੇ, ਤੁਠੇ ਹੋ ਤਾਂ ਮਨ ਦੇ ਮਨੋਰਥ ਦੇ ਦਿਓ, ਮੈਥੋਂ ਉੱਚਾ ਨਹੀਂ ਉੱਠਿਆ ਜਾਂਦਾ। ਮੈਂ ਇੱਥੇ ਹੀ ਰਹਾਂ, ਆ ਇੱਥੇ ਆਵੇ ਉਸ ਤੋਂ ਕਲਿਆਣ ਲੈਸਾਂ। ਉਹ ਵਸੀ ਤਾਂ ਸਾਰਾ ਜਗਤ
ਤੱਕ ਸੀ। ਭਾਵ ਉਹ ਵਸ ਜਾਵੇ ਤੇ ਸਾਰਾ ਦੇਸ਼ ਤੱਕੇ। ਅਨੇਕਾਂ ਦੀ ਕਲਿਆਣ ਹੋਸੀ। ਮੈਂ ਉੱਚਾ ਉੱਠਸਾਂ ਤਾਂ ਮੇਰੇ ਇਕੱਲੇ ਦੀ ਕਲਿਆਣ ਹੋਸੀ। ਅੱਗੋਂ ਦਿਵ ਮੂਰਤੀ ਆਖਦੀ, ਦੇਖ ਇਹ ਠੀਕ ਆਖਿਆ ਈ, ਪਰ ਤੂੰ ਭਗਤੀ ਕਰ, ਤੇਰਾ ਹਨੇਰਾ ਦੂਰ ਹੋਵੇ। ਫਿਰ ਮਿਲ ਜੋ ਠੰਡ ਪਵੇ। ਜਦੋਂ ਤੂੰ ਮਿਲੇਗਾ ਤੇਰੇ ਅੰਦਰ ਠੰਡ ਪਵੇਗੀ। ਤਪਾਂ ਨਾਲ ਕੁਛ ਤਮੋ ਹੀ ਵੱਧਦੀ ਹੈ। ਇਕਾਗਰਤਾ ਤਾਂ ਆ ਜਾਂਦੀ ਹੈ, ਪਰ ਸਤੋ ਗੁਣ ਦਾ ਸੁੱਖ ਨਹੀਂ ਮਿਲਦਾ। ਧਿਆਨ ਨਾਲ ਸੁਣਨਾ। ਤਪ ਕਰਨ ਦੇ ਨਾਲ ਤਮੋ ਗੁਣ ਜਿਹੜਾ ਵਾ ਉਹ ਵੱਧਦਾ ਹੈ, ਇਕਾਗਰਤਾ ਬਣ ਜਾਂਦੀ ਹੈ, ਪਰ ਸਤੋ ਗੁਣ ਦਾ ਸੁੱਖ ਨਹੀਂ ਮਿਲਦਾ। ਅੱਗੋਂ ਕਾਲੂ ਜੀ ਆਖਦੇ ਨੇ, ਹੁਣ ਮੈਂ ਥੱਕ ਗਿਆ ਹਾਂ, ਨਾ ਹੁਣ ਤਪ ਹੋ ਸਕਣਾ ਹੈ ਅੱਗੇ ਵਾਂਗੂ, ਤੇ ਨਾ ਹੀ ਹੋ ਸਕਣੀ ਹੈ ਭਗਤੀ। ਸੋ ਜੇ ਤਰੁੱਠੇ ਹੋ ਤਾਂ ਵਰ ਦਿਓ। ਦਿਵ ਮੂਰਤੀ ਤਥਾ ਸਤੂ ਹੋਵੇ ਜੋ ਕੁਛ ਤੇਰੀ ਇੱਛਾ ਹੈ। ਇਹ ਕਹਿ ਕੇ ਉਹ ਦਿਵ ਮੂਰਤੀ ਗੁੰਮ ਹੋ ਜਾਂਦੀ ਹੈ। ਬਾਬਾ ਤਪਸਵੀ ਜੀ ਦੇ ਵੀ ਨੈਣ ਖੁੱਲੇ, ਭਾਵ ਮਹਿਤਾ ਕਲਿਆਣ ਦਾਸ ਜੀ ਦੇ। ਇਸ ਵੇਲੇ ਦੁਪਹਿਰਾ ਹੋ ਚੁੱਕੀਆਂ ਹਨ ਤੇ ਬੱਦਲਾਂ ਤੋਂ ਕਿਣ ਮਿਣ ਜਾਰੀ ਸੀ, ਪਰ ਇੰਨੀ ਨਹੀਂ ਸੀ ਕਿ ਗੋਦੜੀ ਭਿੱਜ ਜਾਂਦੀ। ਆਪ ਸਨੇ ਸਨੇ ਆਪਣੀ ਕੁਟੀਆ ਵੱਲ ਆ ਗਏ ਤੇ ਲੱਗੇ ਸੋਚਣ ਕਿ ਮੈਂ ਭਲੀ ਮੰਗੀ ਅਰ ਵਰ ਵੀ ਮਿਲ ਗਿਆ, ਹੁਣ ਕਾਜ ਸਬਰ ਗਿਆ। ਇਹਨਾਂ ਨੂੰ ਆਪ ਦੇ ਸਿੱਖਿਆ ਦਾਤਾ ਸਾਧੂ ਜੀ ਆ ਗਏ। ਵਰ ਪ੍ਰਾਪਤੀ ਦੀ ਵਿਥਿਆ ਸੁਣ ਕੇ ਬੋਲੇ, ਕਾਲੂ ਜੇ ਤੇਰੀ ਥਾਂ ਮੈਂ ਏਡਾ ਸੁਭਾਗਾ ਹੁੰਦਾ ਤਾਂ ਮੈਂ ਆਪਣੇ ਮਨ ਦੇ ਮਗਰ ਨਾ ਲੱਗਦਾ, ਮੈਂ ਉਹਨਾਂ ਦੀਆਂ ਸਿੱਖਿਆ ਦੇ ਮਗਰ ਲੱਗਦਾ। ਮਹਾਂ ਜੋਤਸ਼ੀਆਂ ਤੇ ਮਹਾਂਪੁਰਖਾਂ ਦੇ ਬਚਨ ਮੰਨਣੇ ਕਲਿਆਣ ਰੂਪ ਹਨ, ਉਖੇਰੇ ਹਨ, ਪਰ ਸੁੱਖ ਉਹਨਾਂ ਦੇ ਮੰਨਣ ਵਿੱਚ ਹੈ। ਆਪਣੀ ਮੰਗ ਉਸ ਵੇਲੇ ਨਹੀਂ ਚਾਹੀਦੀ। ਅਸੀਂ ਭੁੱਲਣਹਾਰ ਹਾਂ, ਸੁੱਖ ਆਗਿਆ ਮੰਨਣ ਵਿੱਚ ਹੁੰਦਾ ਹੈ। ਤਪਸਵੀ ਜੀ ਮੈਂ ਤਾਂ ਮੰਗ ਚੁੱਕਾ ਹਾਂ ਜੋ ਮੰਗਣਾ ਸੀ, ਤੇ ਅਜੇ ਤਾਈਂ ਮੰਗ ਕੇ ਤੇ ਵਾਰ ਲੈ ਕੇ ਖੁਸ਼ ਹਾਂ। ਵੇਲਾ ਹੁਣ ਲੰਘ ਚੁੱਕਾ ਹੈ ਤੇ ਮੁੜ ਤਪ ਕਿਵੇਂ ਕਰਾਂ, ਸਰੀਰ ਟੁੱਟ ਗਿਆ ਹੈ। ਸਿੱਖਿਆ ਦਾਤਾ ਚੰਗਾ ਬਈ, ਜੋ ਹੋਣਾ ਸੀ ਹੋ ਵੀ ਚੁੱਕਾ, ਪਰ ਅਜੇ ਵੀ ਇੱਕ ਵੇਲਾ ਹੈ ਕਿ ਤੂੰ ਕੁਛ ਵਿਚਾਰ ਤੇ ਭਗਤੀ ਕਰ ਲੈ, ਕਿਉਂਕਿ ਵਰ ਪ੍ਰਾਪਤ ਤਾਂ ਤੂੰ ਕਰ ਚੁੱਕਾ ਹੈ, ਪਰ ਇਹ ਜੋ ਮਾਇਆ ਪਈ ਰਹਿਣ ਦਾ ਪਤਾ ਦੇ ਗਏ ਹਨ, ਇਸ ਦਾ ਮਤਲਬ ਹੈ ਕਿ ਜਦ ਤੈਨੂੰ ਮਿਲਾਪ ਹੋਵੇਗਾ ਤੂੰ ਹਨੇਰੇ ਵਿੱਚ ਹੋਵੇਗਾ, ਪਛਤਾਵੇਂਗਾ ਨਹੀਂ। ਬਾਲਕੇ ਮਾਇਆ ਪ੍ਰਬਲ ਹੈ, ਡਾਢਾ ਪਰਦਾ ਹੈ ਜੋ ਮੇਲ ਨਹੀਂ ਹੋਣ ਦਿੰਦਾ, ਅਤੇ ਇਹ ਬੜੇ ਸੂਖਮ ਰੂਪ ਧਾਰਦੀ ਹੈ। ਸੋ ਭਗਤੀ ਕਰ ਜੋ ਇਸ ਦੇ ਮੋਹਣੇ ਜਾਦੂ ਤੋਂ ਬਚੇ। ਬਹੁ ਨਹੀਂ ਤਾਂ ਕੁਛ ਕਰ, ਜੋ ਜਦ ਮੇਲਾ ਹੋਵੀ ਪਹਿਲੋਂ ਨਾ ਤਾਂ ਪਿੱਛੋਂ ਸਹੀ, ਕਦੇ ਤਾਂ ਪਰਦਾ ਲਹੇਗਾ, ਤੈਨੂੰ ਸੋਝੀ ਪੈ ਜਾਵੇਗੀ। ਕੀ ਲਾਭ ਹੈ ਰੱਬ ਦੇ ਮਿਲੇ ਦਾ, ਜੇ ਸਾਨੂੰ ਪ੍ਰਤੀਤੀ ਨਾ ਹੋਵੇ ਇਹ ਰੱਬ ਹੈ। ਹਾਂ ਜੇ ਪਿਆਰ ਨੇ ਹੁਲਾਰਾ ਨਾ ਖਾਧਾ ਇਹ ਮੇਰਾ ਹੈ, ਤੇ ਮਨ ਨੇ ਮੇਰ ਤੇਰ ਮਿਟਾ ਕੇ ਉਸੇ ਨਾਲ ਮੇਰ ਨਾ ਪਾਈ, ਉਸ ਸਰੂਪ ਵਿੱਚ ਵਾਸਾ ਨਾ ਹੋਇਆ ਤਾਂ ਕੀ ਲਾਭ ਪ੍ਰਾਪਤ। ਤਪਸਵੀ ਤਰਬਕ ਕੇ ਹੈ ਕਿ ਮੈਨੂੰ ਇਹ ਸਮਝਣਾ ਪਊ ਕਿ ਇਹ ਮੇਰਾ ਸਾਈਂ ਹੈ। ਸਿੱਖਿਆ ਦਾਤਾ ਜੋ ਕੁਛ ਤੈਨੂੰ ਦਿਵ ਮੂਰਤੀ ਨੇ ਕਿਹਾ ਹੈ, ਉਸ ਦਾ ਇਹ ਅਰਥ ਹੈ ਕਿ ਮੇਲਾ ਹੋਸੀ, ਪਰ ਤੈਨੂੰ ਹਨੇਰਾ ਪਿਆ ਰਹਿ ਸੀ। ਇਹ ਹਨੇਰਾ ਉਹਨਾਂ ਨੇ ਦੱਸਿਆ ਤੇਰਾ ਆਪਣਾ ਹੈ, ਤੇਰੀ ਹਉਂ ਨਹੀਂ ਕੱਟੀ ਗਈ ਅਜੇ। ਸੋ ਬੱਚਾ ਤੂੰ ਕਰ ਨਾ ਕਰ, ਤੇਰੀ ਤੁਫੈਲ ਮੈਨੂੰ ਅੱਜ ਸੋਝੀ ਹੋ ਆਈ ਹੈ ਕਿ ਤਪਾਂ ਤੋਂ ਭਗਤੀ ਸ਼੍ਰੇਸ਼ਟ ਹੈ। ਧਿਆਨ ਨਾਲ ਸੁਣਨਾ, ਕਿਉਂਕਿ ਪਹਿਲਾਂ ਵਿਚਾਰ ਬੇਬੇ ਨਾਨਕੀ ਤੇ ਮਾਤਾ ਤ੍ਰਿਪਤਾ ਵਿਚਾਰ ਸੀ, ਫਿਰ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਵਿਚਕਾਰ ਸੀ, ਫਿਰ ਉਸ ਤੋਂ ਬਾਅਦ ਮਹਿਤਾ ਕਲਿਆਣ ਦਾਸ, ਮਹਿਤਾ ਕਾਲੂ ਜੀ ਤੇ ਦਿਵ ਮੂਰਤੀ ਦੇ ਵਿੱਚ ਵਿਚਾਰ ਸੀ। ਦਿਵ ਮੂਰਤੀ ਦੀ ਵਿਚਾਰ ਤੋਂ ਬਾਅਦ ਜਦੋਂ ਕਾਲੂ ਜੀ ਜਾਗ ਉੱਠੇ ਨੇ, ਉਸ ਤੋਂ ਬਾਅਦ ਫਿਰ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ ਜਿਹੜੀ ਉਹ ਆਪਣੇ ਮਨ ਨਾਲ ਵਿਚਾਰ ਕਰਦੇ ਨੇ, ਤੇ ਉਸ ਸਮੇਂ ਫਿਰ ਜਿਹੜਾ ਇਹਨਾਂ ਦਾ ਸਿੱਖਿਆ ਦਾਤਾ ਸੀ ਫਿਰ ਉਹਦੇ ਨਾਲ ਵਿਚਾਰ ਚਾਲੂ ਹੋ ਗਈ ਮਹਿਤਾ ਕਲਿਆਣ ਦਾਸ ਜੀ ਦੀ।
ਹੁਣ ਮਹਿਤਾ ਕਾਲੂ ਤੇ ਉਹ ਸਿੱਖਿਆ ਦਾਤਾ ਆਪਸ ਵਿੱਚ ਗੱਲ ਕਰ ਰਹੇ ਨੇ। ਸਿੱਖਿਆ ਦਾਤਾ ਮਹਿਤਾ ਕਾਲੂ ਜੀ ਨੂੰ ਆਖ ਰਿਹਾ ਕਿ ਜੋ ਮਰਜ਼ੀ ਹੈ ਤੂੰ ਕਰ ਨਾ ਕਰ, ਤੇਰੀ ਤੁਫੈਲ ਮੈਨੂੰ ਅੱਜ ਸੋਝੀ ਹੋ ਆਈ ਹੈ ਕਿ ਤਪਾਂ ਤੋਂ ਭਗਤੀ ਸ਼੍ਰੇਸ਼ਟ ਹੈ, ਸੋ ਮੈਂ ਤਾਂ ਭਗਤੀ ਕਰਾਂਗਾ ਤੇ ਇਹ ਇੱਕ ਮੰਗ ਮੰਗਾਂਗਾ ਕਿ ਹੇ ਭਗਵਾਨ ਮਿਲ, ਜਿਵੇਂ ਚਾਹੇ ਮਿਲ, ਜਦ ਤਰੁੱਠੇ ਮਿਲ, ਪਰ ਇਹ ਦਾਨ ਦੇ ਕਿ ਮੈਂ ਸਦਾ ਤੇਰੇ ਪਿਆਰ ਵਿੱਚ ਰਹਾਂ, ਸਦਾ ਮੈਂ ਤੈਨੂੰ ਲੋਚਦਾ ਰਹਾਂ। ਹੁਣ ਤਪਸਵੀ ਭਾਵ ਮਹਿਤਾ ਜੀ ਨਿਰਾਸ਼ ਹੋ ਕੇ, ਉਹ ਮੈਂ ਗੁਸਾਈ ਜੀ ਨਹੀਂ ਸਮਝਿਆ ਕਿ ਮੇਰੇ ਹਨੇਰੇ ਤੇ ਮਾਇਆ ਦੇ ਪਰਦੇ ਦਾ ਕੀ ਅਰਥ ਹੈ। ਮੈਂ ਜਾਤਾ ਕਿ ਬ੍ਰਹਮ ਗਿਆਨੀ ਤੇ ਆਤਮਾ ਦੇ ਅਨੁਭਵ ਵਾਲਾ ਨਾ ਹੋਸਾਂ, ਪਰ ਇਹ ਤਾਂ ਸਮਝਦਾ ਹੋਸਾਂ ਕਿ ਆਪਣੇ ਰੱਬ ਨੂੰ ਮਨੁੱਖ ਜਾਮੇ ਵਿੱਚ ਰੱਬ ਵੇਖਸਾਂ ਤੇ ਇਉਂ ਪੂਜਸਾਂ ਜਿਵੇਂ ਮੂਰਤੀ ਨੂੰ ਪੂਜਦੇ ਹਨ। ਉਹ ਪੱਥਰ ਪੂਜਦੇ ਹਨ, ਮੈਂ ਜਿਉਂਦਿਆਂ ਨੂੰ ਪੂਜਾਂ। ਸਿੱਖਿਆ ਦਾਤਾ ਠੀਕ ਹੈ, ਪਰ ਪੁੱਤਰ ਤੂੰ ਉਹਨਾਂ ਦੇ ਵਾਕ ਨੂੰ ਸਮਝਣਾ ਸੀ, ਨਹੀਂ ਤਾਂ ਉਹਨਾਂ ਦੇ ਆਖੇ ਲੱਗਣਾ ਸੀ। ਪਰ ਖੈਰ ਉਹ ਸਮਾਂ ਲੰਘ ਗਿਆ, ਹੁਣ ਹੀ ਹੋਸ਼ ਕਰ, ਬਾਕੀ ਉਮਰ ਇਸ ਬੇਨਤੀ ਵਿੱਚ ਗੁਜ਼ਾਰ ਕਿ ਹੇ ਦਾਤਾ ਜਦ ਤੂੰ ਮਿਲੇ, ਆਪ ਮਿਲੇ ਕਿ ਆਪਣੇ ਭਗਤ ਦੇ ਰੂਪ ਵਿੱਚ ਮਿਲੇ। ਆਦ ਮੱਧ ਕੇ ਅੰਤ ਮੇਰਾ ਇਹ ਛੋੜ ਕਿਸੇ ਵੇਲੇ ਜ਼ਰੂਰ ਕੱਟੀ ਕਿ ਮੈਂ ਤੈਨੂੰ ਪਛਾਣ ਲਵਾਂ। ਤਪਸਵੀ ਸਤ ਭਜਨ, ਪਰ ਸਾਈਂ ਜੀਓ ਇਹ ਮੈਨੂੰ ਵਾਰ ਪ੍ਰਾਪਤ ਕਦੋਂ ਹੋਸੀ। ਸਿੱਖਿਆ ਦਾਤਾ ਤੂੰ ਤਦੋਂ ਪੁੱਛਿਆ ਨਹੀਂ, ਮੇਰੀ ਜਾਚ ਇਹ ਚੋਲਾ ਛੱਡ ਕੇ ਹੋਸੀ। ਇਹ ਚੋਲਾ ਤੇਰਾ ਅਤੀਤ ਦਾ ਹੈ ਤੇ ਜੋ ਮੰਗ ਤੂੰ ਮੰਗੀ ਹੈ ਸੋ ਗ੍ਰਸਤ ਦੇ ਜਾਮੇ ਪੂਰੀ ਹੋ ਸਕਦੀ ਹੈ। ਇਹ ਕਹਿ ਕੇ ਸਿੱਖਿਆ ਦਾਤਾ ਜੀ ਹੇ ਮਾਲਕ ਕਰਦੇ ਤੁਰ ਗਏ ਤੇ ਤਪਸਵੀ ਜੀ ਥੱਕੇ ਹੋਣ ਕਰਕੇ ਲੇਟ ਗਏ। ਲੇਟਿਆਂ ਨੇ ਜਾਤਾ ਕਿ ਚੋਲਾ ਛੁੱਟਣ ਲੱਗਾ ਹੈ, ਸੋ ਸਿੱਖਿਆ ਦਾਤੇ ਦੀ ਦੱਸੀ ਬੇਨਤੀ ਇਹ ਵਿੱਚ ਲੀਨ ਹੋ ਗਈ। ਪਰ ਬੇਨਤੀ ਜਾਰੀ ਰਹੀ ਤੇ ਆਪਣੇ ਜਾਣੇ ਤਪਸਵੀ ਜੀ ਮਰ ਗਏ। ਮਰਨ ਤੋਂ ਮਗਰੋਂ ਨਵੇਂ ਦੇਸ਼ ਵਿੱਚ ਜਾਗ ਖੁੱਲੀ। ਪਹਿਲੇ ਤਾਂ ਪ੍ਰਕਾਸ਼ ਜਿਹਾ ਦਿਸਿਆ, ਫਿਰ ਹਨੇਰਾ ਆ ਗਿਆ, ਫਿਰ ਸੱਚੀ ਮੁੱਚੀ ਅੱਖ ਖੁੱਲ ਗਈ ਤੇ ਕਾਲੂ ਜੀ ਕੀ ਦੇਖਦੇ ਹਨ ਕਿ ਮੈਂ ਤਾਂ ਆਪਣੇ ਹੀ ਚੌਂਕੇ ਵਿੱਚ ਆਪਣੇ ਹੀ ਮੂਹੜੇ ਉੱਤੇ ਬੈਠਾ ਸਾਂ। ਮੈਂ ਫਿਰ ਬੇਨਤੀ ਕਰਾਂ, ਇਹ ਇੱਕ ਸੁਪਨਾ ਹੈ ਜੋ ਭਾਈ ਵੀਰ ਸਿੰਘ ਜੀ ਨੇ ਮਹਿਤਾ ਕਾਲੂ ਜੀ ਦਾ ਸੁਪਨਾ ਦਰਸਾਇਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਦੁੱਬ ਮੂਰਤੀ ਦਿਖਦੀ ਹੈ। ਉਸ ਤੋਂ ਬਾਅਦ ਫਿਰ ਉਹ ਜਿਹੜੇ ਤਪਸਵੀ ਜੀ ਤੇ ਜਿਨ੍ਹਾਂ ਨੂੰ ਗੁਰੂ ਜਾਤਾ ਸਿੱਖਿਆ ਦਾਤਾ ਹੈ, ਉਹ ਉਹਨਾਂ ਦੇ ਰਾਹੀਂ ਜਿਹੜਾ ਵਾ ਇਹਨਾਂ ਨੂੰ ਇਹ ਇਲਹਾਮ ਹੁੰਦਾ, ਗਿਆਨ ਹੁੰਦਾ ਹੈ। ਜਦੋਂ ਇਹ ਸਾਰੀ ਵਾਰਤਾ ਉੱਠਦੀ ਹੈ, ਕੀ ਦੇਖਦੇ ਨੇ ਕਿ ਮਹਿਤਾ ਕਾਲੂ ਜੀ ਜਦੋਂ ਉਹਨਾਂ ਦੀ ਜਾਗ ਖੁੱਲਦੀ ਹੈ, ਘਰ ਵਿੱਚ ਅੱਖ ਖੁੱਲਦੀ ਹੈ, ਤੂੰ ਆਪਣੇ ਹੀ ਘਰ ਵਿੱਚ ਇੱਕ ਮੂਹੜੇ ਤੇ ਜਿਹੜੇ ਨੇ ਉਹ ਬੈਠੇ ਹੋਏ ਨੇ। ਉਹ ਘਰ ਹੈ, ਉਹ ਦਰ, ਉਹ ਚੁੱਲ੍ਹਾ, ਉਹ ਚੌਂਕਾ, ਉਹ ਮਹਿਤਾ ਕਾਲੂ ਰਾਏ ਬੁਲਾਰ ਦਾ ਪਟਵਾਰੀ ਤੇ ਕਾਰਦਾਰ। ਨਾ ਨਦੀ ਹੈ, ਨਾ ਕੁਟੀਆ, ਨਾ ਤਪੀ ਕਾਲੂ, ਨਾ ਗੁਸਾਈ ਜੀ, ਨਾ ਦਿਵ ਮੂਰਤੀ, ਪਰ ਡਿੱਠਾ ਸੁਪਨਾ ਅੱਖਾਂ ਅੱਗੇ ਫਿਰਦਾ ਹੈ। ਹੈਂ, ਕੀ ਮੈਂ ਕਦੇ ਤਪ ਕੀਤਾ ਹੈ? ਕਿੱਧਰ ਗਿਆ ਮੇਰਾ ਤਪ? ਫਿਰ ਮੈਂ ਏਡਾ ਗ੍ਰਸਤੀ ਬਣ ਗਿਆ। ਹੈਂ, ਕੀ ਇਹ ਨਿੱਕਾ ਨਾਨਕ ਆਪ ਆਇਆ ਹੈ ਤੇ ਮੇਰਾ ਵਰ ਫਲਿਆ ਹੈ? ਕੀ ਇਹ ਸੱਚਮੁੱਚ ਉਹ ਹੈ ਤੇ ਮੈਂ ਹਨੇਰੇ ਵਿੱਚ ਹਾਂ, ਮੋਹ ਮਾਇਆ ਵਿੱਚ ਹਾਂ? ਉੱਠਾਂ ਵੇਖਾਂ, ਬੌਲਿਆ ਹਾਰ ਕਾਲੂ ਉੱਠਿਆ, ਮਤਲਬ ਬੌਰਾ ਜਿਹਾ ਹੋ ਕੇ ਇੱਕਦਮ ਉੱਠਿਆ। ਜਿਸ ਕੋਠੇ ਉਹ ਬੱਚਾ ਭਾਵ ਨਾਨਕ ਸਿਰ ਮੂਧੇ ਪਿਆ ਸੀ, ਕਾਲੂ ਧਾ ਕੇ ਵੜਿਆ। ਕਮਰਾ ਬਿਨ ਦੀਵੇ, ਬਿਨ ਧੁੰਦ ਚਾਨਣਾ ਚਿਰਾਗ ਹੈ, ਭਾਵ ਕਮਰੇ ਦੇ ਅੰਦਰ ਲੋ ਹੈ ਬਿਨਾਂ ਦੀਵੇ ਤੋਂ। ਨਾਨਕ ਨੂਰ ਦਾ ਪੁਤਲਾ ਬਿਰਾਜ ਰਿਹਾ ਹੈ। ਅਰਸ਼ ਪੁਰਸ਼ ਦੇ ਨੂਰੀ ਦੇਵਤੇ ਸੇਵਾ ਕਰ ਰਹੇ ਹਨ। ਠੰਡ ਹੈ, ਸੁਹਾਓ ਹੈ, ਰਸ ਹੈ, ਮਾਨੋ ਕੀਰਤਨ ਹੈ। ਕਾਲੂ ਨੂੰ ਇੱਕ ਵੇਰ ਤਾਂ ਮਾਨੋ ਮੂਰਛਾ ਆ ਗਈ। ਉਸ ਸਵਾਦ ਦਾ ਝੂਟਾ ਆ ਗਿਆ ਜਿਸ ਦੀ ਪੀਂਘ ਉਸ ਦੇ ਪੁੱਤਰ ਨੇ ਉੱਥੇ ਘੁਮਾ ਰੱਖੀ ਸੀ। ਬੇਸਵਾ ਹੋ ਕੇ ਡੰਡੋਦ ਵਿੱਚ
पै गया और बोलिया मैनू रख लै, मैं भुल विच हाँ, छौड़ कट मेरे छौड़ कट। पर जादू कालू डंडौलत तो उठिया, उस कमरे विच हनेरा सी। नानक बालक ते उसदा जाया पुत्र नानक उस कमरे विच है ही नहीं। कालू ने कहा केडा चक्कर आया है, इत्थे तां काका है ही नहीं, ते मैं किवें फरिश्ते पारगथ राग रंग ते पुत्र तख्त ते विराजिया वेख लिया। सब माया है, सुनिया गल्लां दा भुलेवा है। मैं गरीब कालू दे सुपने विच वेखे, सुपना भी अचरज माया है। सिर फेर के इउं पैंदी है माया। ਇਉਂ ਸੋਚਦਾ ਕਾਲੂ ਬਾਹਰ ਆਇਆ, ਪੁੱਛਿਆ ਸੋ ਨਾਨਕ ਕਿੱਥੇ ਹੈ? ਤਾਂ ਕਿਸੇ ਦੱਸਿਆ ਬਾਹਰ ਖੇਤਾਂ ਵਿੱਚ ਫਿਰਦਾ ਪਿਆ ਸੀ। ਭੁਲੇਵਾਂ ਪੱਕਾ ਹੋ ਗਿਆ, ਜਾਗ ਖੁੱਲੀ, ਫੇਰ ਨੀਂਦ ਆ ਗਈ। ਤਪਾਂ ਦਾ ਫਲ ਮਿਲ ਗਿਆ, ਪਰ ਹਉ ਨਾ ਕੱਟੀ। ਹਉ ਨਾ ਕੱਟੀ ਦਾ ਥਰ ਹਿਲ ਕੇ ਫਿਰ ਜੰਮ ਗਿਆ। ਭਾਵ ਮਹਿਤਾ ਕਲਿਆਣ ਦਾਸ ਜੀ ਸੁਪਨਾ ਦੇਖਦੇ ਨੇ, ਜੋ ਪਿੱਛੇ ਹੋਇਆ ਉਹ ਸਾਰੀ ਵਾਰਤਾ ਤੇ ਪਤਾ ਚੱਲਦਾ ਏ। ਤੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਕਮਰੇ ਵਿੱਚ ਜਾਂਦੇ ਨੇ, ਉੱਥੇ ਪੁੱਤਰ ਹੈ ਨਹੀਂ ਤੇ ਕੀ ਤੱਕਦੇ ਨੇ, ਸਾਹਮਣੇ ਪੁੱਤਰ ਬੈਠਾ ਹੈ, ਉਸ ਕਮਰੇ ਦੇ ਅੰਦਰ ਰੋਸ਼ਨੀ ਹੈ। ਇਹ ਸਾਰਾ ਕੁਝ ਆਪਣੀ ਅੱਖਾਂ ਦੇ ਨਾਲ ਤੱਕ ਕੇ ਅਖੀਰ ਜਦੋਂ ਫਿਰ ਦੇਖਦੇ ਨੇ ਤੇ ਉਸ ਕਮਰੇ ਵਿੱਚ ਕੋਈ ਵੀ ਨਹੀਂ। ਆਖਦੇ ਨੇ ਇਹ ਸਾਰਾ ਮੇਰਾ ਭੁਲੇਖਾ ਹੈ, ਜੋ ਮੈਂ ਸੁਪਨੇ ਵਿੱਚ ਵੇਖਿਆ ਉਹ ਕੁਝ ਹੀ ਮਤਲਬ ਉਹ ਝੂਠਾ ਸੀ। ਇੱਕ ਮਾਇਆ ਨੇ ਮੈਨੂੰ ਛਲਿਆ ਸੀ ਤੇ ਉਸ ਮਾਇਆ ਦੀ ਜਾਲ ਵਿੱਚੋਂ ਮੈਂ ਨਿਕਲ ਗਿਆ। ਪਰ ਅਸਲ ਵਿੱਚ ਮਹਿਤਾ ਕਾਲੂ ਜੀ ਮਾਇਆ ਦੀ ਜਾਲ ਵਿੱਚ ਫਿਰ ਫਸ ਚੁੱਕੇ ਸਨ। ਇੱਥੋਂ ਤੱਕ ਇਹ ਜਿਹੜੀ ਸਾਖੀ ਹੈ। ਇਸ ਤੋਂ ਅੱਗੇ ਜਿਹੜਾ ਵਾ ਅਗਲੀ ਸਾਖੀ ਇਸ ਅਧਿਆਏ ਦੀ ਸ਼ੁਰੂ ਹੁੰਦੀ ਹੈ, ਕਿਉਂਕਿ ਇਹ ਖਰਾ ਸੌਦਾ 4 ਨੰਬਰ ਅਧਿਆਏ ਜਿਹੜਾ ਚੱਲਿਆ, ਜਿਹਦੇ ਵਿੱਚ ਦੂਜੀ ਸਾਖੀ ਹੁਣ ਜਿਹੜੀ ਆ ਉਹ ਚੱਲ ਪਈ ਹੈ, ਜਿਸ ਵਿੱਚ ਪਹਿਲੀ ਸਾਖੀ ਦਿਲਗੀਰੀ ਸੀ, ਹੁਣ ਦੂਜਾ ਅੱਗੇ ਜਿਹੜੀ ਆ ਖੇੜੇ ਵਿੱਚ ਆ ਗਈ। ਭਾਈ ਸਾਹਿਬ ਲਿਖਦੇ ਨੇ, ਰੁੱਤ ਸਿਆਲ ਦੀ ਟੁਰ ਗਈ, ਬਸੰਤ ਆਈ, ਦੇਖੋ ਉਹ 3 ਮਹੀਨੇ ਕੋਠੇ ਵਿੱਚ ਮੁੱਧੜੇ ਮੂੰਹ ਪਿਆ। ਨਾਨਕ ਹੁਣ ਰੰਗ ਹੱਸੇ ਦੇ ਘਰ ਵਿੱਚ ਆ ਗਿਆ। ਅਸ ਬਿਦ ਜੋ ਜੁਗ ਮਾਸ ਬਿਤਾਏ, ਫਿਰ ਨ ਲਗੇ ਪੁਨ ਸਹਿਜ ਸੁਭਾਏ। ਰੋਚ ਸੋ ਖਾਨ ਪਾਨ ਕੋ ਕਰਹੀ, ਮਾਤ ਬਿਲੋਕ ਹਰ ਖੁਰ ਧਰਹੀ। ਲਿਖਤ ਨਾਨਕ ਪ੍ਰਕਾਸ਼ ਦੇ ਵਿੱਚ। ਦੋਨੋਂ ਵੇਲੇ ਰੁਚੀ ਨਾਲ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ ਹਨ। ਨਵੇਂ ਕੱਪੜੇ ਜੋ ਮਾਂ ਨੇ ਚਾਉ ਨਾਲ ਸਵਾਏ ਹਨ ਪਹਿਨਦੇ ਹਨ, ਗੱਲਾਂ ਕਰਦੇ ਹਨ, ਹੱਸਦੇ ਹਨ, ਬਾਹਰ ਅੰਦਰ ਫਿਰਦੇ ਹਨ। ਸਾਕ ਸੈਨ ਮਿਲਦੇ ਹਨ ਤਾਂ ਚੰਗੀ ਤਰ੍ਹਾਂ ਕੂਕਦੇ ਹਨ, ਭਾਵ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਮਿਲਦੇ ਹਨ। ਹਾਂ ਜੀ ਹੱਸਦੇ ਹਨ ਤਾਂ ਖਿੜ ਖਿੜ ਹੱਸਦੇ ਹਨ, ਖੁਸ਼ ਹੁੰਦੇ ਹਨ, ਬਾਹਰ ਫਿਰਦੇ ਹਨ। ਮਾਂ ਭੈਣ ਨਾਲ ਲੋੜ ਪਵੇ ਤਾਂ ਪਿਤਾ ਚਾਚੇ ਨਾਲ ਗੱਲਾਂ ਕਰਦੇ ਹਨ। ਚਿਹਰੇ ਦਾ ਰੰਗ ਅਚਰਜ ਲਾਲੀ ਭਾਵ ਵਿੱਚ ਹੈ, ਮੁੱਖ ਤੇ ਚਮਕਾਰ ਹੈ, ਨੈਣਾਂ ਵਿੱਚ ਇੱਕ ਇਲਾਹੀ ਖਿੱਚ ਤੇ ਇੱਕ ਮਿੱਠਾ ਮਿੱਠਾ ਲਿਸ਼ਕਾਰ ਹੈ। ਹੱਸਦੇ ਹਨ ਤੇ ਇਉਂ ਖੁਸ਼ੀ ਦੇ ਧੂ ਦਾ ਅਸਰ ਪੈਂਦਾ ਹੈ ਕਿ ਚਿੱਤ ਮੋਹਿਤ ਹੋ ਜਾਂਦਾ ਹੈ। ਸੁੰਦਰ ਸੋਭਤ ਬੈਸ ਕਿਸ਼ੋਰਾ, ਗਿਰਾ ਮਦਰੂੜ ਮਧੁਰੀ ਚਿਤ ਚੋਰਾ। ਲਲਿਤ ਬਿਲੋਚਨ ਦਲ ਉਤਪਲ ਸੇ, ਤਾਰੇ ਸਿਆਮ ਗੰਡਕੀ ਸਿਲ ਸੇ। ਇਹ ਨਾਨਕ ਪ੍ਰਕਾਸ਼ ਵਿੱਚ ਇਹਨਾਂ ਪ੍ਰਥਾਈ ਲਿਖਿਆ ਹੈ। ਭੈਣ ਨਾਨਕੀ ਨੇ ਤਾਂ ਅਤ ਸੁਖੀ ਹੋਣਾ ਹੀ ਸੀ, ਮਾਤਾ ਪਿਤਾ ਵੀ ਇਹ ਰੰਗ ਵੇਖ ਕੇ ਖੇਡ ਰਹੇ ਸਨ। ਰਾਏ ਬੁਲਾਰ ਨੂੰ ਵੀ ਸੋਝੀ ਪਈ ਕਿ ਨਾਨਕ ਹੁਣ ਖੇੜਿਆ ਦੇ ਘਰ ਵਿੱਚ ਹੈ, ਭਾਵ ਹੱਸਣ ਖੇਡਣ ਵਿੱਚ ਹੈ। ਉਸਨੂੰ ਵੀ ਬੜੀ ਖੁਸ਼ੀ ਹੋਈ। ਸਾਰੇ ਸਮਝਣ ਲੱਗੇ ਕਿ ਬਾਲਕਾ ਨਾਨਕ ਹੁਣ ਹੋਰ ਤੋਂ ਹੋਰ ਹੋ ਗਿਆ। ਕੋਈ ਅਹੁਰ ਸੀ ਜੋ ਕੱਟੀ ਗਈ ਹੈ, ਕੋਈ ਅਜਾਰ ਸੀ ਜੋ ਦੂਰ ਹੋ ਗਿਆ। ਪਰ ਉਹ ਨਾਨਕ ਆਪੇ ਹੀ ਬਚਨਾਂ ਅਨੁਸਾਰ ਰਾਗ ਆਸਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਰੰਗ ਹੱਸੇ ਰੰਗ ਰੋਵੇ, ਚੁੱਪ ਭੀ ਘਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੇ ਨਾ ਦੇ ਰੰਗ ਵਾਲੇ ਹਨ। ਹੁਣ ਜਿਸ ਖੇੜਿਆਂ ਖੁਸ਼ੀਆਂ ਆਨੰਦਾਂ ਬਦੋਂਦਾਂ ਦੇ ਘਰ ਵਿੱਚ ਹਨ, ਇਹ ਵੀ ਉਹ ਰੱਬੀ ਰੰਗ ਹੈ ਜੋ 3 ਮਹੀਨੇ ਭਾਵ 3 ਮਹੀਨੇ ਮੁੱਧੜੇ ਮੂੰਹ ਪੈ ਕੇ ਮਾਣਿਆ ਸੀ। ਉੱਥੇ ਸਦਾ ਇੱਕੋ ਗੱਲ ਇੱਕੋ ਲਗਨ ਹੈ, ਪਰ ਮਾਇਆ ਵਿੱਚ ਫਸ ਰਹੇ ਮਨ ਕਦੇ ਨਾ ਛਾਇਆ ਤੋਂ ਨਿਕਲੇ।
ਮਾਇਆ ਵੇੜੇ ਦਿਲ ਨਹੀਂ ਸਮਝ ਸਕਦੇ ਕਿ ਇਹ ਕੀ ਭੇਤ ਹੈ। ਇਹਨਾਂ ਦਿਨਾਂ ਵਿੱਚ ਜਿਵੇਂ ਬਸੰਤ ਖਿੜੀ ਹੈ, ਤਿਵੇਂ ਨਾਨਕ ਨਿਰੰਕਾਰੀ ਆਪਣੀ ਕੁਮਾਰ ਅਵਸਥਾ ਵਿੱਚ ਖਿੜੇ ਕੁਦਰਤ ਨੂੰ ਰੰਗ ਲਾ ਰਹੇ ਹਨ। ਹੁਣ ਤਾਂ ਪਿੰਡ ਦੇ ਆਪਣੀ ਉਮਰ ਦੇ ਹਾਣੀਆਂ ਨਾਲ ਵੀ ਕਿਸੇ ਵੇਲੇ ਕੁੰਦੇ ਸਹਿੰਦੇ ਹਨ। ਧੰਨ ਨਿਰੰਕਾਰ ਦੀ ਮਧੁਰ ਧੁਨੀ ਕਿਸੇ ਕਿਸੇ ਵੇਲੇ ਮੁਖਾਰਬਿੰਦ ਤੋਂ ਸੁਣਾਈ ਦਿੰਦੀ ਹੈ। ਤਾਰਿਆਂ ਤੋਂ ਜਿਵੇਂ ਚਾਨਣ ਡਿੱਗਦਾ ਹੈ, ਜਰੀ ਬਾਦਲੇ ਦੇ ਕੱਪੜੇ ਪਹਿਨ ਕੇ ਤੁਰਿਆ ਫਿਰਿਆ ਜਿਵੇਂ ਤੇਲੇ ਦੀਆਂ ਤਾਰਾਂ ਢਹਿੰਦੀਆਂ ਹਨ, ਤਿਵੇਂ ਜਿੱਧਰ ਜਿਸ ਰੰਗ ਆਪ ਫਿਰਦੇ ਬੋਲਦੇ ਚਾਲਦੇ, ਉਧਰ ਖੁਸ਼ੀਆਂ ਦੀਆਂ ਕਿਰਨਾਂ ਢਹਿੰਦੀਆਂ ਦਿਸਦੀਆਂ ਹਨ। ਹੋਰ ਕੋਈ ਖੁਸ਼ ਹੋਵੇ ਨਾ, ਨਿਰਾ ਆਪ ਹੀ ਖੁਸ਼ ਹੁੰਦਾ ਹੈ। ਪਰ ਉਸ ਦੀਵਾਨੇ ਕਹਿਲਾ ਚੁੱਕੇ ਬਾਲਕੇ ਦੇ ਖੁਸ਼ ਚਿਹਰੇ ਤੋਂ ਖੁਸ਼ੀ ਦੀ ਛੂਤ ਲੱਗਦੀ ਹੈ। ਜੋ ਤੱਕੇ ਨੇੜੇ ਆਵੇ ਖੁਸ਼ ਹੋ ਜਾਂਦਾ ਤੇ ਖਿੜਦਾ ਹੈ, ਸੁਖੀ ਹੁੰਦਾ ਹੈ। ਉਹਨਾਂ ਦੇ ਖੇੜੇ ਵਿੱਚ ਇਸ ਅਸਰ ਨੂੰ ਇੱਕ ਭੈਣ ਹੈ ਜੋ ਪਛਾਣਦੀ ਹੈ। ਹਾਂ, ਇੱਕ ਨਾਨਕੀ ਹੈ ਜੋ ਪਛਾਣਦੀ ਹੈ ਕਿ ਵੀਰ ਉੱਚਾ ਹੈ ਤੇ ਧੁਰੋਂ ਆਇਆ ਹੈ। ਹਾਂ, ਉਹ ਸਮਝਦੀ ਹੈ ਕਿ ਵੀਰ ਜਗਤ ਦਾ ਨਹੀਂ ਪਰ ਜਗਤੋਂ ਪਾਰ ਦਾ ਹੈ। ਰੱਬ ਦਾ ਪਿਆਰਾ ਰੱਬੀ ਜੋਤ ਨਾਲ ਭਰਪੂਰ ਰੱਬੀ ਰੂਪ ਹੈ। ਪਰ ਮਾਂ ਨੂੰ ਪੁੱਤ ਦੀਦਾ ਹੈ ਜੋ ਅਹੁਰਿਆ ਗਿਆ ਸੀ ਤੇ ਹੁਣ ਵੱਲ ਹੋਇਆ ਹੈ। ਉਹ ਦਾਨ ਕਰਦੀ ਹੈ, ਵਾਰੇ ਫੇਰੇ ਕਰਦੀ ਹੈ ਤੇ ਗਰੀਬਾਂ ਨੂੰ ਵੰਡਦੀ ਹੈ। ਪਿਓ ਹੈ ਕਿ ਹੁਣ ਖੁਸ਼ ਹੈ ਕਿ ਸ਼ੁਕਰ ਹੈ ਪੁੱਤਰ ਵੱਲ ਹੋਇਆ। ਹੁਣ ਕਿਰਤਕਾਰੀ ਲੱਗੇਗਾ, ਗ੍ਰਸਤੀ ਬਣੇਗਾ, ਪਰੇ ਵਿੱਚ ਬੈਠੇਗਾ, ਕੁਲ ਦਾ ਨਮੂਜ ਕੱਢੇਗਾ, ਭਾਵ ਨਾਮ ਕੱਢੇਗਾ, ਸਾਡੀ ਬੁੱਢੇ ਬਾਰੇ ਸੇਵਾ ਕਰੇਗਾ। ਹਾਂ ਜੀ, ਜਿਸ ਵੇਲੇ ਨਾਨਕ ਬਾਲਕਾ ਆਪਣੇ ਰੱਬੀ ਰੰਗ ਦੇ ਖੇੜਿਆਂ ਵਿੱਚ ਖਿੜ ਖਿੜ ਮੁਸ਼ਕਾਂ ਮਚਾ ਰਿਹਾ ਸੀ, ਉਸ ਵੇਲੇ ਮਹਿਤਾ ਕਾਲੂ ਖੁਸ਼ ਹੋ ਰਿਹਾ ਸੀ ਕਿ ਹੁਣ ਪੁੱਤ ਆਖੇ ਲੱਗ ਕੇ ਵਿਹਾਰ ਕਾਰ ਵਿੱਚ ਪੈ ਜਾਵੇਗਾ। ਮਹਿਤੇ ਦੇ ਮਨ ਨੇ ਸੋਚਿਆ ਕਿ ਅੱਗੇ ਤਾਂ ਕਿਸੇ ਕਿਤੇ ਨਾਨਕ ਨਹੀਂ ਲੱਗਾ, ਇਸ ਦਾ ਸੁਭਾਅ ਫਿਰਨ ਤੁਰਨ ਵਾਲਾ ਬਾਹਲਾ ਹੈ, ਸੋ ਐਸੇ ਕਿਸੇ ਕਿਤੇ ਲਾਓ ਕਿ ਫਿਰ ਤੁਰੇ ਵੀ ਤੇ ਵਿਹਾਰ ਵੀ ਕਰੇ। ਸੋ ਉਸਦੇ ਤ੍ਰਿਖੇ ਵਿਹਾਰੀ ਮਨ ਨੇ ਨਾਨਕ ਨੂੰ ਵਣਜਾਰਾ ਬਣਾਉਣ ਦੀ ਸੋਚੀ ਕਿ ਬਾਹਰੋਂ ਦਿਸੌਰਾ ਵਿੱਚ ਜਾਵੇ, ਭਾਵ ਦੂਸਰੇ ਦੇਸ਼ਾਂ ਵਿੱਚ ਜਾਵੇ, ਮਾਲ ਖਰੀਦ ਕੇ ਲਿਆਵੇ ਤੇ ਆਪਣੇ ਸ਼ਹਿਰ ਵੇਚੇ। ਸ਼ਹਿਰ ਦੇ ਮਾਲ ਬਾਹਰ ਦਿਸੌਰਾ ਨੂੰ ਲੈ ਜਾਵੇ ਤੇ ਵੇਚ ਕੇ ਘਰ ਆਵੇ, ਭਾਵ ਆਪਣਾ ਇੱਧਰੋਂ ਮਾਲ ਲੈ ਕੇ ਜਾਵੇ, ਉਹਨੂੰ ਵੇਚ ਆਵੇ ਤੇ ਉੱਧਰੋਂ ਲਿਆ ਕੇ ਇੱਧਰ ਵੇਚ ਦੇ। ਸੌਦਾਗਰੀ ਦਾ ਖਿਆਲ ਬਾਬੇ ਕਾਲੂ ਨੂੰ ਹੁਣ ਫੁਰ ਗਿਆ ਸੀ। ਉਹ ਸੁਪਨਾ ਜੋ ਸੱਚ ਨੂੰ ਖੁੱਲਣਹਾਰ ਸੀ। ਕਾਲੂ ਨੂੰ ਮਾਇਆ ਤੋਂ ਭਾਸਿਆ ਸੀ ਤੇ ਇਹ ਲੋਭ ਲਾਲਚ ਜੋ ਮਾਇਆ ਸੀ ਉਸਨੂੰ ਸੱਚ ਭਾਸ ਰਿਹਾ ਸੀ। ਸੋ ਹੁਣ ਉਹ ਵੇਲਾ ਜੋ ਨਿਰੰਕਾਰੀ ਨਾਨਕ ਉੱਤੇ ਰੱਬੀ ਜੋਗਣਾ ਦਾ ਸੀ, ਕਾਲੂ ਨੂੰ ਮੱਤ ਦੇਣ ਤੇ ਪੁੱਤਰ ਨੂੰ ਆਪਣੇ ਭਾਣੇ ਸੁਮੱਤੇ ਲਾਉਣ ਦਾ ਵੇਲਾ ਸੀ। ਇਸ ਲਈ ਉਸਨੇ ਇੱਕ ਦਿਨ ਪੁੱਤਰ ਨੂੰ ਪਾਸ ਬਿਠਾ ਕੇ ਤੇ ਸਿਰ ਤੇ ਪਿਆਰ ਦੇ ਕੇ ਸਮਝਾਉਣਾ ਸ਼ੁਰੂ ਕੀਤਾ, ਹੇ ਨਾਨਕ, ਤੂੰ ਮੇਰਾ ਇੱਕੋ ਇੱਕ ਪੁੱਤਰ ਹੈ, ਅੱਖਾਂ ਦਾ ਚਾਨਣ, ਜਗ ਦੀ ਰੋਸ਼ਨੀ ਹੈ। ਤੇਰੇ ਚਾਲੇ ਹੁਣ ਤੱਕ ਅਤੀਤਾਂ ਵਾਲੇ ਰਹੇ ਸਨ। ਹੁਣ ਸ਼ੁਕਰ ਹੈ ਕਿ ਤੇਰੇ ਮਨ ਨੇ ਮੋੜਾ ਖਾਧਾ ਹੈ ਤੇ ਗ੍ਰਸਤੀਆਂ ਵਾਂਗੂ ਹੱਸਣ ਬੋਲਣ ਲੱਗਾ ਹੈ। ਮੇਰਾ ਵਿਚਾਰ ਸੀ ਕਿ ਤੂੰ ਬੜਾ ਸਿਆਣਾ ਤੇ ਕਮਾਊ ਪੁੱਤਰ ਨਿਕਲੇਗਾ ਤੇ ਜੱਗ ਵਿੱਚ ਮੇਰਾ ਤੇ ਕੁਲ ਦਾ ਨਾਮ ਕੱਢੇਗਾ। ਅੱਜ ਤੱਕ ਜਿੰਨੇ ਯਤਨ ਮੈਂ ਤੈਨੂੰ ਇਸ ਪਾਸੇ ਲਾਉਣ ਦੇ ਕੀਤੇ ਉਹ ਨਿਸਫਲ ਰਹੇ ਤੇ ਮੇਰੇ ਸਮੇਤ ਸਾਰਾ ਪਰਿਵਾਰ ਨਿਰਾਸ਼ ਹੋ ਰਿਹਾ ਤੇ ਜਗਤ ਵਿੱਚ ਸਾਡੀ ਦੰਦ ਕਥਾ ਵੀ ਬੜੀ ਹੁੰਦੀ ਰਹੀ ਹੈ। ਹੁਣ ਜੇ ਤੂੰ ਆਖੇ ਲੱਗੇ ਤੇ ਵੱਡੇ ਵਡੇਰਿਆਂ ਦੀ ਰਹੁ ਰੀਤ ਤੇ ਤੁਰੇ ਤਾਂ ਕੁਝ ਕਾਰ ਮੇਰੇ ਜਿਉਂਦੇ ਜੀ ਸੰਭਾਲ ਲੈ। ਇਸ ਪ੍ਰਕਾਰ 2 ਘੜੀਆਂ ਬਾਬਾ ਕਾਲੂ ਜੀ ਸਮਝਾਉਂਦੇ ਰਹੇ ਤੇ ਗੁਰੂ ਨਾਨਕ ਜੀ ਚੁੱਪ ਸੁਣਦੇ ਰਹੇ। ਕਾਲੂ ਜੀ ਨੇ ਮਨ ਦੇ ਸਾਰੇ ਰੋਸ ਤੇ ਗੁੱਸੇ ਗਿਲੇ ਕੱਢ ਲਏ ਤੇ ਮਨ ਠੰਡਾ ਹੋ ਗਿਆ ਤਾਂ ਸ੍ਰੀ ਜਗਤਨਾਥ ਭਾਵ ਗੁਰੂ ਨਾਨਕ ਜੀ ਬੋਲੇ, ਪਿਤਾ ਜੀ, ਤੁਹਾਨੂੰ ਦੁਖੀ ਹੋਣ ਦਾ ਕਸ਼ਟ ਹੈ ਪਰ ਮੇਰੇ ਵੱਸ ਨਹੀਂ। ਜੋ ਹੁੰਦਾ ਹੈ ਕਿਤੋਂ ਹੋਰ ਤੋਂ ਹੁੰਦਾ ਹੈ। ਜੇ ਤੁਹਾਨੂੰ ਰੰਜ ਹੋਇਆ ਤਾਂ ਖਿਮਾ ਕਰੋ ਤੇ ਅੱਗੋਂ ਆਗਿਆ ਕਰੋ, ਜੋ ਸਰ ਬਣ ਆਇਆ ਮੈਂ ਕਰੂੰ, ਪਰ ਮੇਰੇ ਅਧੀਨ ਕੁਛ ਨਹੀਂ, ਮੈਂ ਆਪ ਨੂੰ ਕੁਛ ਵਿਗਾੜ ਨਹੀਂ ਕਰਾਂਗਾ। ਇਹ ਸੁਣ ਕੇ ਕਾਲੂ ਨੇ ਪਛਾਤਾ ਕਿ ਹੁਣ ਪੁੱਤਰ ਟਿਕਾਣੇ ਆ ਗਿਆ ਹੈ, ਕਿਤੇ ਕਿਸੇ ਕੰਮ ਵਿੱਚ ਇਹਨੂੰ ਲਾ ਦਿਓ। ਸੋ ਬੋਲਿਆ,
ਨਾਨਕ ਮੈਂ ਤੈਨੂੰ ਪਾਂਧੇ ਮੁੱਲਾਂ ਖੇਤੀ ਆਦਿ ਵਿੱਚ ਲਾ ਕੇ ਚਾਹੁੰਦਾ ਸਾਂ ਕਿ ਤੂੰ ਸਾਰੇ ਕੰਮ ਸਿੱਖ ਜਾਵੇਂ, ਤਾਂ ਇੱਕ ਪਿੰਡ ਵੱਖਰਾ ਵਸਾ ਦਿਆਂ ਜੋ ਤੂੰ ਆਪਣੀ ਮਿਹਨਤ ਨਾਲ ਆਬਾਦ ਕਰੇ ਤੇ ਸਨੇ ਸਨੇ ਤਕੜਾ ਜ਼ਿਮੀਂਦਾਰ ਬਣ ਜਾਵੇਂ। ਪਰ ਉਹ ਤਾਂ ਸਾਰੀਆਂ ਗੱਲਾਂ ਰਹੀਆਂ। ਹੁਣ ਪੁੱਤ ਇਉਂ ਕਰ, ਕੁਛ ਰੁਪਏ ਲੈ ਜਾ ਤੇ ਕੋਈ ਮਾਲ ਸਵੱਲਾ ਖਰੀਦ ਲਿਆ। ਤਲਵੰਡੀ ਦੇ ਨਿਰਖ ਮੈਂ ਤੈਨੂੰ ਦੱਸ ਦਿੰਦਾ ਹਾਂ ਤੇ ਬਾਹਰ ਜਿੱਥੇ ਜੋ ਮਾਲ ਜੱਚਦਾ ਤੈਨੂੰ ਚੰਗਾ ਲੱਗੇ, ਇੱਥੇ ਪੁੱਗੇਗਾ ਉਹ ਖਰੀਦ ਕੇ ਲੈ ਆਵੀਂ, ਫਿਰ ਇਸੇ ਆਣ ਕੇ ਵੇਚ ਦੇਵੀਂ। ਭਾਵ ਜਿਹੜਾ ਤਲਵੰਡੀ ਦੇ ਲਾਗੇ ਚਾਗੇ ਮੈਂ ਉਹ ਵੀ ਤੈਨੂੰ ਟਿਕਾਣਾ ਦੱਸ ਦਿੰਦਾ, ਤੇ ਜਿਹੜਾ ਇੱਧਰੋਂ ਮਾਲ ਲੈ ਕੇ ਜਾਣਾ ਇਹ ਮੈਂ ਦੱਸ ਦਿੰਦਾ, ਇੱਧਰ ਜਿੱਥੇ ਵੇਚ ਕੇ ਆਉਣਾ ਉਹ ਵੀ ਟਿਕਾਣਾ ਦੱਸਦਾ, ਤੇ ਉੱਥੋਂ ਜਿਹੜਾ ਮਾਲ ਲਿਆ ਕੇ ਤੇ ਵੇਚਣਾ ਜਿਹਦੇ ਵਿੱਚੋਂ ਲਾਭ ਪ੍ਰਾਪਤ ਹੋਵੇ ਉੱਥੋਂ ਲੈ ਆਉਣਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਸਮਝਾ ਰਹੇ ਹਨ। ਸ੍ਰੀ ਨਾਨਕ ਜੀ ਬੋਲਦੇ ਹਨ, ਤੇ ਪਿਤਾ ਜੀ ਮੈਨੂੰ ਆਪੂ ਤਾਂ ਜਾਚ ਕੋਈ ਨਹੀਂ। ਕਾਲੂ ਜੀ ਆਖਦੇ ਨੇ, ਮੈਂ ਤੇਰੇ ਨਾਲ ਬੱਚਾ ਘਰ ਦਾ ਇੱਕ ਮਤਬਰ ਤੁਰਾਂਗਾ ਜੋ ਸਾਰੀ ਜਾਂਚ ਦੱਸੇਗਾ। ਹਾਲੇ ਤਾਂ ਮੈਂ ਤੈਨੂੰ ਕੰਮ ਨਹੀਂ ਘੱਲਣ ਲੱਗਾ, ਹਾਲੇ ਤਾਂ ਜਾਂਚ ਦੱਸਣ ਦਾ ਮਤਲਬ ਹੈ। ਇਸੇ ਕਰਕੇ ਰੁਪਏ ਵੀ ਥੋੜੇ ਦਿਆਂਗਾ, ਜੋ ਘਾਟਾ ਪਵੇ ਤਾਂ ਬਹੁਤਾ ਨਾ ਪਵੇ, ਤੇ ਜਾਓ ਵੀ ਲਾਗੇ ਚਾਗੇ ਦੂਰ ਨਾ ਜਾਓ। 2-4 ਵਾਰ ਕਰਕੇ ਫਿਰ ਰੁਪਈਆ ਵੀ ਵੱਧ ਲਾਉਣੇ ਜਾਵਾਂਗੇ ਤੇ ਕੰਮ ਵੀ ਵੱਧਦਾ ਜਾਏਗਾ। ਜਿਉਂ-ਜਿਉਂ ਪੁੱਤ ਖੱਟਦਾ ਜਾਏ, ਆਪਣੀ ਕਮਾਈ ਵੱਖ ਰੱਖੀ ਜਾਏ ਤੇ ਉਸ ਨਾਲ ਵੀ ਆਪਣੀ ਰਾਸ ਵਧਾਈ ਜਾਏ। ਮੈਂ ਵੀ ਹੋਰ ਜੋ ਸਰੇ ਨਾਲ ਰਲਾਈ ਜਾਵਾਂਗਾ। ਖਰਚ ਤੇਰਾ ਸਾਰਾ ਮੇਰੇ ਸਿਰ ਰਹੇਗਾ, ਤੂੰ ਇਸ ਗੱਲ ਦਾ ਵੀ ਫਿਕਰ ਨਾ ਕਰੀ। ਇਸ ਤਰ੍ਹਾਂ ਦੇ ਉਪਦੇਸ਼ ਜਗਤ ਤਾਰਕ ਜੀ ਨੇ ਸੁਣੇ ਕਿ ਇੱਕ ਸਾਹ ਲੈ ਕੇ ਕਿਹਾ, ਅੱਛਾ ਪਿਤਾ ਜੀ, ਜਿਵੇਂ ਆਖੋ ਤਿਵੇਂ ਸਹੀ। ਕਾਲੂ ਨੇ ਹੁਣ ਇੱਕ ਆਪਣੇ ਇਤਬਾਰੀ ਨੂੰ ਨਾਲ ਤਿਆਰ ਕੀਤਾ। ਆਖਦੇ ਹਨ ਕਿ ਇਸ ਦਾ ਨਾਂ ਬਾਲ ਜਾਂ ਬਾਲਾ ਸੀ। ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੀ ਜੋ ਗਿਣਤੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਉਸ ਵਿੱਚ ਬਾਲ ਪਦ ਆਇਆ ਹੈ, ਤੇ ਸਿਆਣੇ ਇਸ ਨੂੰ ਇੱਕ ਸਿੱਖ ਦਾ ਨਾਮ ਸਮਝਦੇ ਹਨ। 20 ਰੁਪਈਏ ਕਾਲੂ ਨੇ ਪਹਿਲੀ ਰਾਸ ਜਗਤ ਦੇ ਮਾਲਕ ਨੂੰ ਦਿੱਤੀ, ਜੋ ਮਤੇ ਬਹੁਤੀ ਦਿੱਤੀ ਚੌੜ ਨਾ ਕਰ ਆਵੇ। ਭਾਵ ਜ਼ਿਆਦਾ ਪੈਸਾ ਨਹੀਂ ਦਿੱਤਾ, ਕੇਵਲ 20 ਰੁਪਈਏ ਦਿੱਤੇ। ਉਹਨਾਂ 20 ਰੁਪਈਆਂ ਦੇ ਨਾਲ ਜੋ ਸੀ ਉਹ ਵਪਾਰ ਕਰਨਾ ਸੀ। ਤੇ ਫਿਰ ਆਗਿਆ ਕੀਤੀ ਕਿ ਜਾਓ ਕਿਸੇ ਦਸੌਰ ਭਾਵ ਦੂਜੇ ਦੇਸ਼ ਕੋਈ ਖਰਾ ਸੌਦਾ ਖਰੀਦ ਕੇ ਲਿਆਓ, ਜੋ ਇੱਥੇ ਆ ਕੇ 4 ਪੈਸੇ ਨਾਲ ਰਲ ਜਾਣ। ਭਾਵ ਤੁਸੀਂ ਹੁਣ ਜਾਓ ਤੇ ਜਾ ਕੇ ਜਿਹੜਾ ਵਾ ਉਹ ਚੰਗਾ ਸੌਦਾ ਕਰਕੇ ਲਿਆਓ, ਜਿਸ ਦੇ ਨਾਲ ਇੱਥੇ ਆਣ ਕੇ ਤੁਸੀਂ ਜਿਹੜਾ ਵਾ ਉਹ ਖਰਾ ਸੌਦਾ ਕੋਈ ਮਤਲਬ ਧਨ ਜ਼ਿਆਦਾ ਹੋਏਗਾ, ਤੇ ਇੱਥੇ ਆਣ ਕੇ ਉਹਨੂੰ ਵੇਚੋਗੇ ਤੇ ਇੱਥੋਂ ਧਨ ਪ੍ਰਾਪਤ ਹੋਏਗਾ, ਤੇ ਫਿਰ ਅਸੀਂ ਜਿਹੜਾ ਵਾ ਅਗਲਾ ਜਿਹੜਾ ਵਾ ਉਹ ਕਦਮ ਪੁੱਟਾਂਗੇ। ਸੋ ਭਾਈ ਸਾਹਿਬ ਲਿਖਦੇ ਨੇ ਕਿ ਤਲਵੰਡੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਪਾਰ ਕਰਨ ਲਈ ਚੱਲ ਪਏ, 20 ਰੁਪਏ ਨਾਲ ਲੈ ਕੇ ਪਿਤਾ ਦੀ ਇੱਛਾ ਨੂੰ ਫੁੱਲ ਚੜਾਉਣ ਵਾਸਤੇ। ਚੱਲਦੇ ਚੱਲਦੇ 12 ਕੁ ਵਾਟ ਨਿਕਲ ਗਏ। ਦੂਰੋਂ ਇੱਕ ਨਗਰੀ ਨਜ਼ਰ ਆਈ, ਇਹ ਚੂੜਕਾਣਾ ਸੀ। ਬਾਲੇ ਦੀ ਮਰਜ਼ੀ ਸੀ ਕਿ ਇੱਥੋਂ ਹੀ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ। ਸੋ ਇੱਧਰ ਪੈਰ ਮੋੜੇ, ਅਜੇ ਪਿੰਡੋਂ ਉਰੇ ਹੀ ਸਨ ਕਿ ਇੱਕ ਬ੍ਰਿਸ਼ਾਂ ਦੇ ਵਿੱਚ ਝੱਗੀ ਆ ਗਈ, ਜਿਸ ਦੇ ਵਿਚਾਲੇ ਇੱਕ ਛੰਭ ਸੀ। ਗੁਰੂ ਨਾਨਕ ਨੇ ਇਸ ਝੰਗੀ ਵੱਲੇ ਪੈਰ ਮੋੜ ਦਿੱਤੇ। ਬਾਲਾ ਜੀ ਨਾਲ ਮੁੜਿਆ ਕਿ ਚਲੋ ਝੰਗੀ ਦੇ ਵਿਚਲੀ ਲੰਘ ਚੱਲਾਂਗੇ। ਭਾਵ ਖਾਲੀ ਥਾਂ ਜਿਹਨੂੰ ਕਹਿ ਦਈਏ, ਚਰਾਗਾ, ਨਗਰਾਂ ਦੇ ਆਸੇ ਪਾਸੇ ਖਾਲੀ ਜ਼ਮੀਨ, ਜੰਗਲ ਜਿਹਨੂੰ ਕਹਿ ਦਈਏ। ਹੁਣ ਇਹ ਸੋਚ ਕੇ ਬਾਲਾ ਜੀ ਨਾਲ ਚੱਲ ਪਏ ਹਨ। ਜਾਂ ਉਸ ਝੰਗੀ ਦੇ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅਨੇਕਾਂ ਤਪਸਵੀ ਸਾਧੂ ਵਿਭੂਤਮਲੀ ਬੈਠੇ ਹਨ। ਕੋਈ ਧੂਣੇ ਤਪ ਰਹੇ ਹਨ, ਕੋਈ ਜਲ ਵਿੱਚ ਬੈਠੇ ਹਨ, ਕੋਈ ਬ੍ਰਿਛ ਨਾਲ ਲਟਕ ਰਹੇ ਹਨ, ਕੋਈ ਇੱਕ ਪੈਰ ਭਾਰ ਖੜੇ ਹਨ, ਕੋਈ ਬਾਹਾਂ ਉੱਚੀਆਂ ਕਰ ਬੈਠੇ ਹਨ। ਇੰਨੇ ਕਠਿਨ ਤਪਾਂ ਦਾ ਕਾਰਨ ਇਹਨਾਂ ਦੇ ਮਨਾਂ ਵਿੱਚ ਪਰਲੋਕ ਦੇ ਸੁੱਖਾਂ ਦੀ ਇੱਛਾ ਸੀ। ਇਹ ਹੁਣ ਉੱਥੋਂ ਦੇ ਜਿਸ ਰਸਤੇ ਥਾਣੀ ਜਾ ਰਹੇ ਨੇ, ਜਿਸ ਝੰਗੀ ਦੇ ਰਾਹੀਂ, ਜਿਸ ਜੰਗਲ ਦੇ ਰਾਹੀਂ ਲੰਘ ਰਹੇ ਨੇ, ਇਹ ਤੱਕਦੇ ਨੇ ਆਸੇ ਪਾਸੇ ਸਾਧੂ ਬੈਠੇ ਨੇ। ਕੋਈ ਤਪ ਸਾਧ ਰਿਹਾ,
कोई जल समाधि विच है, असीं हुणे जो पढ़िया है। इन्हां दा एक महंत सी जो छंब किनारे मृगशाला उत्ते बैठा सी। सिर ते जटां सन, ਸਵਾਹ ਮਲੀ ਸੀ, ਪਦਮਾ ਆਸਣ ਲਾਈ ਬੈਠਾ ਸੀ। ਇਸ ਨੂੰ ਤੱਕ ਕੇ ਬਾਲਕ ਨਾਨਕ ਜੀ ਖੜੇ ਰਹੇ। ਫਿਰ ਅੱਗੇ ਵਧੇ ਤੇ ਵੱਧ ਕੇ ਮਹੰਤ ਜੀ ਪਾਸ ਜਾ ਬੈਠੇ। ਮਹੰਤ ਨੇ ਉਹਨਾਂ ਵੱਲ ਡੂੰਘੀ ਨਜ਼ਰ ਤਕਾਈ ਤੇ ਨੈਣਾਂ ਵਿੱਚ ਕੁਛ ਚਾਉ ਭਰ ਆਇਆ। ਸ੍ਰੀ ਗੁਰੂ ਜੀ ਬੋਲੇ, ਗੁਰੂ ਨਾਨਕ ਸਾਹਿਬ ਜੀ, ਹੇ ਸੰਤ ਜੀ, ਆਪ ਇਸ ਬਣ ਵਿੱਚ ਬੈਠੇ ਹੋ, ਪਾਲੇ ਦੀ ਰੁੱਤ ਹੈ, ਕੱਪੜੇ ਨਹੀਂ ਪਹਿਨੇ, ਅੰਨ ਵੀ ਕਿਤੇ ਦਿਸ ਨਹੀਂ ਪੈਂਦਾ। ਇਹ ਦਸ਼ਾ ਆਪਣੇ ਆਪ ਦੀ ਆਪ ਕੀਤੀ ਹੈ ਕਿ ਆਪ ਨੂੰ ਪਦਾਰਥ ਮਿਲਦਾ ਨਹੀਂ, ਤਦ ਉਦਾਸ ਹੋ ਕਿੱਥੇ ਆ ਬੈਠੇ ਹੋ। ਮਹੰਤ ਨੇ ਕਿਹਾ, ਹੇ ਪ੍ਰਤਾਪਸ਼ੀਲ ਬਾਲਕੇ, ਮਿਲਦਾ ਸਭ ਕੁਝ ਹੈ। ਤੇਰੇ ਵਰਗੇ ਅਸੀਂ ਵੀ ਕਿਸੇ ਦੇ ਲਾਲ ਸਾਂ, ਘਰ-ਬਾਰ ਵੀ ਸਨ, ਸਾਰੇ ਛੱਡ ਆਏ ਹਾਂ ਕਿ ਇਸ ਜਗਤ ਦੇ ਪਦਾਰਥ ਤੇ ਇਹ ਸਰੀਰ ਨਾਸਮਾਨ ਹੈ ਤੇ ਅਸੀਂ ਅੱਗੇ ਪ੍ਰਲੋਕ ਲਈ ਸੁੱਖ ਇਕੱਠੇ ਕਰੀਏ। ਸੋ ਇਸ ਭਿਆਨਕ ਮਾਇਆ ਤੋਂ ਦੂਰ ਰਹਿ ਕੇ ਬਣਾ ਵਿੱਚ ਬੈਠ ਤਪੱਸਿਆ ਕਰਦੇ ਹਾਂ, ਫਾਕੇ ਕੜਾਕੇ ਕੱਟਦੇ ਹਾਂ, ਕਿਸੇ ਥਾਂ ਟਿਕਦੇ ਨਹੀਂ, ਜੋ ਮਾਇਆ ਦਾ ਮੋਹ ਨਾ ਪੈ ਜਾਵੇ। ਮਨ ਮਾਇਆ ਤੋਂ ਪਰੇ ਰਹੇ, ਸਰੀਰ ਤਪ ਕਰਦਾ ਰਹੇ, ਜੋ ਜੀਵਨ ਦੇ ਦਿਨ ਮੈਲ ਤੋਂ ਸੁਥਰੇ ਲੰਘ ਜਾਣ ਤੇ ਅੱਗੇ ਚੱਲ ਕੇ ਪਰਮ ਸੁੱਖਾਂ ਨੂੰ ਪ੍ਰਾਪਤ ਹੋਈਏ। ਅੱਗੋਂ ਗੁਰੂ ਨਾਨਕ ਜੀ ਬੋਲਦੇ ਹਨ, ਸੰਤ ਜੀ, ਹੁਣ ਆਪ ਕਿਤਨੇ ਕੁ ਦਿਨਾਂ ਦੇ ਫਾਕੇ ਵਿੱਚ ਹੋ। ਮਹੰਤ, ਹੇ ਯੁਵਰਾਜ, ਭਾਵ ਸ਼ੁਭ ਬਾਲਕ, ਸਾਡੇ ਦਿਨਾਂ ਦੀ ਨਾ ਪੁੱਛ, ਅਸੀਂ ਮੰਗਣ ਵਾਲੇ ਸਾਧੂ ਨਹੀਂ, ਸਾਡੀ ਬਿਰਤ ਆਕਾਸ਼ੀ ਹੈ। ਅਸੀਂ ਆਪਣੇ ਤਪਾਂ ਵਿੱਚ ਰਹਿੰਦੇ ਹਾਂ। ਜਦੋਂ ਕਦੀ ਸਾਈਂ ਪ੍ਰੇਰ ਕੇ ਸਾਡੇ ਭੋਜਨ ਲਈ ਕੁਝ ਘੱਲ ਦੇਵੇ ਜਾਂ ਆਪੇ ਖੁਸ਼ੀ ਨਾਲ ਕੋਈ ਸਾਨੂੰ ਦੇ ਜਾਵੇ ਤਾਂ ਖਾ ਲੈਂਦੇ ਹਾਂ, ਨਹੀਂ ਤਾਂ ਫਾਕੇ ਕੜਾਕੇ ਪੱਤਰ ਗੋਲਾਂ ਖਾ ਗੁਜ਼ਾਰਾ ਕਰ ਲੈਂਦੇ ਹਾਂ। ਅੱਜ ਅਸੀਂ 7 ਦਿਨਾਂ ਦੇ ਅੰਨ ਤੋਂ ਵਿਰਵੇਂ ਹਾਂ। ਇਹ ਸੁਣ ਕੇ ਗੁਰੂ ਨਾਨਕ ਦਾ ਜਗਤ ਪ੍ਰੇਮ ਨਾਲ ਭਰਿਆ ਦਿਲ ਦਇਆ ਨਾਲ ਭਰ ਆਇਆ। ਰੁਪਈਏ ਪਾਸ ਹਨ ਤੇ ਇਹ ਪਰਮੇਸ਼ਰ ਦੇ ਆਸ ਰੱਖਣ ਵਾਲੇ ਭੁੱਖੇ ਹਨ, ਕਿਉਂ ਨਾ ਇਹਨਾਂ ਨੂੰ ਭੋਜਨ ਖਿਲਾਇਆ ਜਾਏ। ਗੁਰੂ ਨਾਨਕ ਦੇਵ ਜੀ, ਸੰਤ ਜੀ, ਆਪ ਦਾ ਨਾਮ ਕੀ ਹੈ? ਉਹ ਸਾਧੂ, ਮੇਰਾ ਨਾਮ ਸੰਤਰੇਨ ਹੈ ਤੇ ਇਸ ਮੰਡਲੀ ਦਾ ਮਹੰਤ ਹਾਂ। ਪਰ ਕਾਹਦਾ ਸੰਤ ਤੇ ਕਾਹਦਾ ਮਹੰਤ, ਮੁਕਤੀ ਮਾਰਗ ਦੇ ਸਾਰੇ ਪੰਧਾਊ ਹਾਂ। ਗੁਰੂ ਜੀ, ਸੰਤ ਜੀ, ਜੇ ਆਪ ਨੂੰ ਭੋਜਨ ਲਿਆ ਦਈਏ ਤਾਂ ਖਾ ਲਵੋਗੇ? ਸੰਤ ਜੀ, ਆਪ ਅਜੇ ਕੁਮਾਰ ਹੋ ਤੇ ਮਾਤਾ ਪਿਤਾ ਅਧੀਨ ਹੋ, ਤੁਸੀਂ ਸਾਡਾ ਫਿਕਰ ਨਾ ਕਰੋ। ਗੁਰੂ ਜੀ ਦਾ ਹਿਰਦਾ ਇਸ ਵੇਲੇ ਦਇਆ ਦੀਆਂ ਲਹਿਰਾਂ ਨਾਲ ਠਾਠਾਂ ਮਾਰ ਰਿਹਾ ਸੀ। ਇਹ ਖਿਆਲ ਕਿ ਹੇ ਵਾਹਿਗੁਰੂ ਦੇ ਬੰਦੇ, ਇਹ ਸਾਰੇ ਵਾਹਿਗੁਰੂ ਦੇ ਬੰਦੇ ਹੀ ਹਨ। ਉਸ ਦੀ ਆਸ ਤੇ 7 ਦਿਨਾਂ ਤੇ ਭੁੱਖੇ ਹਨ ਤੇ ਮੇਰੇ ਪਾਸ ਰੁਪਈਏ ਹਨ, ਜਿਨ੍ਹਾਂ ਨਾਲ ਇਹਨਾਂ ਦੀ ਭੁੱਖ ਤੇ ਪੀੜਾ ਹਰੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦਾ ਜਰਨ ਨਹੀਂ ਸੀ, ਭਾਵ ਉਹ ਜਰ ਨਹੀਂ ਸਕੇ। ਹਾਂ, ਕੂਲੇ ਦਿਲ ਵਾਲੇ ਦਾਤਾ ਲਈ ਕਠਿਨ ਸੀ ਕਿ ਭੁੱਖਿਆਂ ਛੱਡ ਕੇ ਪਾਸੋਂ ਦੀ ਆਪਣਾ ਦਿਲ ਕਰੜਾ ਕਰਕੇ ਲੰਘ ਜਾਣ। ਭਾਵ ਭੁੱਖਿਆਂ ਨੂੰ ਵੇਖ ਕੇ ਉਹਨਾਂ ਦਾ ਮਨ ਜਿਹੜਾ ਉਹ ਪਿਘਲ ਗਿਆ ਤੇ ਇਹ ਸੋਚਣ ਲੱਗੇ ਕਿ ਮੈਂ ਇਹਨਾਂ ਭੁੱਖਿਆਂ ਨੂੰ ਛੱਡ ਕੇ ਅੱਗੇ ਚਲਾ ਜਾਵਾਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੇਰੇ ਕੋਲ ਪੈਸੇ ਹਨ। ਭੁੱਖ ਇੱਕ ਐਸਾ ਦੁੱਖ ਹੈ ਜਿਸ ਦੀ ਪੀੜਾ ਰੱਜ ਕੇ ਖਾਣ ਵਾਲੇ ਨਹੀਂ ਜਾਣ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਬਾਣੀ ਵਿੱਚ 4 ਮਹਾਂ ਦੁੱਖ ਗਿਣੇ ਹਨ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇਹ ਵਿਛੋੜੇ ਨੇ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ, ਇੱਕ ਦੁੱਖ ਰੋਗ ਲੱਗਿਆ ਤਨ ਧਾਰੇ, ਵੈਦ ਨਾ ਭੂਲੇ ਦਾਰੂ ਕਰੇ। ਇਹ 4 ਦੁੱਖ ਜਿਹੜੇ ਨੇ, ਮਹਾਂ ਦੁੱਖ ਜਿਹੜੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪੰਕਤੀ ਵਿੱਚ ਗਿਣੇ ਨੇ। ਇਹ ਜਿਹੜੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਰ ਉਤਾਰੇ ਨੇ, ਉਹ ਆਪ ਸਮਝਦੇ ਵੀ ਨੇ ਕਿ ਇਹ ਸਰੀਰ ਕਰਕੇ 7 ਦਿਨਾਂ ਤੋਂ ਭੁੱਖੇ ਨੇ ਤੇ ਆਸ ਪਰਮਾਤਮਾ ਤੇ ਲਾਈ ਬੈਠੇ ਨੇ। ਮੇਰੇ ਕੋਲ ਧਨ ਹੈ, ਮੈਂ ਹੀ ਜਰੀਆ ਬਣ ਜਾਣਾ, ਇਹਨਾਂ ਭੁੱਖੇ ਸਾਧੂਆਂ ਨੂੰ ਜਿਹੜਾ ਵਾ ਉਹ ਭੋਜਨ ਛਕਾ ਦੇਵਾਂ। ਸੋ ਇਸ ਤਰ੍ਹਾਂ ਇੱਥੋਂ ਤੱਕ ਜਿਹੜੀ ਇਹ ਸਾਖੀ, ਇਸ ਤੋਂ ਅੱਗੇ ਅਸੀਂ ਕੱਲ ਦੀ ਕਲਾਸ ਵਿੱਚ ਵਿਚਾਰਾਂਗੇ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵਪਾਰ ਕਰਨ ਵਾਸਤੇ ਆਏ
ਇਹਨਾਂ ਭੁੱਖੇ ਸਾਧੂਆਂ ਵਾਸਤੇ ਭੋਜਨ ਜਿਹੜਾ ਵਾ ਉਹ ਭੋਜਨ ਲਿਆ ਕੇ ਇਹਨਾਂ ਨੂੰ ਛਕਾਉਂਦੇ ਹਨ ਤੇ ਫਿਰ ਇਹਨਾਂ ਨੂੰ ਜਿਹੜਾ ਵਾ ਛਕਾ ਕੇ ਸੁਖੀ ਹੁੰਦੇ ਹਨ। ਇਸ ਤਰ੍ਹਾਂ ਮਹਿਤਾ ਕਾਲੂ ਜੀ ਇਹਨਾਂ ਨੂੰ ਜਿਹੜਾ ਵਾ ਉਹ ਡਾਂਟਦੇ ਹਨ, ਗੁੱਸੇ ਹੁੰਦੇ ਹਨ ਤੇ ਮਹਿਤਾ ਕਲਿਆਣ ਦਾਸ ਜੀ ਜਦੋਂ ਡਾਂਟਦੇ ਹਨ, ਇਹ ਸੁੱਖਾਂ ਦੇ ਦਾਤੇ ਇਹਨਾਂ ਦੇ ਚਿਹਰੇ ਉੱਤੇ ਇੱਕ ਵੀ ਸ਼ਿਕਨ ਨਹੀਂ ਆਉਂਦੀ। ਹਾਲਾਂਕਿ ਮਾਤਾ ਨਾਨਕੀ ਜੀ ਜਿਹੜਾ ਵਾ ਉਹ ਆਪਣੇ ਪਿਤਾ ਨੂੰ ਪ੍ਰੇਰਦੇ ਹਨ, ਪਰ ਉਧਰ ਮੋਹ ਮਾਇਆ ਵਿੱਚ ਫਸੇ ਹੋਏ ਮਹਿਤਾ ਕਾਲੂ ਜੀ ਜਿਹੜੇ ਨੇ ਉਹ ਇਹ ਨਹੀਂ ਪਛਾਣਦੇ ਕਿ ਇਹ ਜਗਤ ਨੂੰ ਤਾਰਨ ਵਾਸਤੇ ਆਏ ਹਨ। ਸੋ ਇਸ ਤਰੀਕੇ ਦੇ ਨਾਲ ਇਹ ਸਾਖੀ ਜਿਹੜੀ ਹੈ ਚੱਲ ਰਹੀ ਹੈ। ਸੋ ਕੱਲ ਨੂੰ ਅਸੀਂ ਵਿਚਾਰਾਂਗੇ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਨਾਲ ਗਏ ਹੋਏ ਬਾਲੇ ਨੂੰ ਨਾਲ ਲੈ ਕੇ ਜਿਹੜਾ ਵਾ ਉਹ ਇਹ ਸਾਰਾ ਸਮਾਨ ਖਰੀਦ ਕੇ ਇਹਨਾਂ 20 ਰੁਪਈਆਂ ਦਾ ਜਿਹੜਾ ਲੰਗਰ ਉਹ ਲਾਉਂਦੇ ਹਨ। ਅਸੀਂ ਜਾਣਦੇ ਹਾਂ ਕਿ 20 ਰੁਪਈਆਂ ਦਾ ਲੰਗਰ ਅੱਜ ਜਗਤ ਦੇ ਵਿੱਚ ਪ੍ਰਸਿੱਧ ਹੋ ਗਿਆ ਹੈ। ਸੰਸਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਚਲਾਇਆ ਹੋਇਆ ਲੰਗਰ ਅੱਜ ਸੰਸਾਰ ਦੇ ਵਿੱਚ ਸਿੱਖ ਕੌਮ ਦੀ ਪ੍ਰਸਿੱਧੀ ਬਣਿਆ ਹੈ। ਸੋ ਗੁਰੂ ਸਾਹਿਬ ਰਹਿਮਤ ਕਰਨ। ਆਪ ਸਭ ਸੰਗਤਾਂ ਬੜੇ ਸਤਿਕਾਰ ਨਾਲ ਸੁਣਦੀਆਂ ਜੀ। ਬੇਨਤੀ ਹੈ ਕਿ 11:30 ਵਜੇ ਪੂਰੇ ਕਲਾਸ ਸ਼ੁਰੂ ਹੋ ਜਾਂਦੀ ਹੈ। ਆਪ ਜੀ ਜ਼ਰੂਰ 11:30 ਵਜੇ ਤੱਕ ਜਿਹੜਾ ਵਾ ਉਹ ਜੁੜਨ ਦੀ ਕਿਰਪਾਲਤਾ ਕਰਿਆ ਕਰੋ। ਜਦੋਂ ਤੁਸੀਂ ਸਕਰੀਨ ਤੇ ਆ ਜਾਂਦੇ ਹੋ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਜੁੜ ਚੁੱਕੇ ਜੇ, ਪਰ ਜਦੋਂ ਸਾਖੀ ਅਧੂਰੀ ਰਹਿ ਜਾਂਦੀ ਹੈ ਆਪ ਜੀ ਸੁਣਨ ਵਾਸਤੇ ਤੇ ਫਿਰ ਉਹ ਆਨੰਦ ਨਹੀਂ ਆਉਂਦਾ। ਬੇਨਤੀ ਹੈ ਸਮੇਂ ਸਿਰ ਜੁੜ ਜਾਇਆ ਕਰੋ ਤਾਂ ਕਿ ਜਿਹੜੀ ਸਾਖੀ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਉਦੋਂ ਤੋਂ ਹੀ ਪਤਾ ਚੱਲ ਜਾਏ ਵੀ ਇਹ ਸਾਖੀ ਕਿਹੜੀ ਚੱਲ ਰਹੀ ਹੈ। ਸੋ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਜੁੜਨ ਦੀ ਕਿਰਪਾਲਤਾ ਕਰਿਆ ਕਰੋ। ਆਪ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਹੁਣ ਕਲਾਸ ਦੀ ਸਮਾਪਤੀ ਹੈ। ਆਓ ਬੜੇ ਅਦਬ ਸਤਿਕਾਰ ਦੇ ਨਾਲ ਗੁਰਫਤਿਹ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।